ਰੁਜ਼ਗਾਰ ਦੀ ਜਦੋਂ ਗੱਲ ਆਉਂਦੀ ਹੈ ਤਾਂ ਉਸ ਦੇ ਵਿੱਚ ਅਸੀਂ ਕਾਫੀ ਪਛੜੇ ਹੋਏ ਹਾਂ। ਬੇਰੁਜ਼ਗਾਰੀ ਬਹੁਤ ਵੱਡੇ ਪੱਧਰ ਤੇ ਹੈ। ਜਿੱਥੇ ਕਿਤੇ ਵੀ ਕੁਝ ਪੋਸਟਾਂ ਨਿਕਲਣ ਦੀ ਗੱਲ ਆਉਂਦੀ ਹੈ ਤਾਂ ਉਹ ਭਰਤੀ ਪ੍ਰਕਿਰਿਆ ਦੇ ਵਿੱਚ ਗੱਲ ਅੜ ਜਾਂਦੀ ਹੈ। ਪੰਜਾਬ ਦੀ ਭਰਤੀ ਪ੍ਰਕਿਰਿਆ 'ਚ ਐਸੀ ਕਿਹੜੀ ਗਰਾਰੀ ਹੈ ਕਿ ਬੱਚੇ ਕੰਫਿਊਜ਼ ਰਹਿੰਦੇ ਆ ਔਰ ਉਹਨਾਂ ਨੂੰ ਰਾਹ ਨਹੀਂ ਲੱਭਦਾ। ਕੋਈ ਵੀ ਰਿਕਰੂਟਮੈਂਟ ਨੋਟੀਫਿਕੇਸ਼ਨ ਜਦੋਂ ਵੀ ਆਊਟ ਹੁੰਦਾ ਹੈ ਉਹਦੇ ਨਾਲ ਦੀ ਨਾਲ ਸਿਲੇਬਸ ਕਦੇ ਵੀ ਨਹੀਂ ਦਿੱਤਾ ਜਾਂਦਾ, ਨਾ ਹੀ ਉਹਦੇ ਨਾਲ IBPS ਵਾਂਗੂ ਟਾਈਮ ਟੇਬਲ ਦਿੱਤਾ ਜਾਂਦਾ ਹੈ ਪ੍ਰੀਖਿਆ ਦਾ। ਭਰਤੀ ਪ੍ਰਕਿਰਿਆ ਯਾਨੀ ਪ੍ਰੀਖਿਆ ਹੋਣ ਤੋਂ ਮਹੀਨਾ ਜਾਂ ਡੇਢ ਮਹੀਨਾ ਪਹਿਲਾਂ ਜਾ ਕੇ ਸਿਲੇਬਸ ਦਿੱਤਾ ਜਾਂਦਾ ਹੈ। ਪੇਪਰ ਕਲੈਸ਼ ਹੁੰਦੇ ਨੇ, ਅਣਮਿੱਥੇ ਤਰੀਕੇ ਨਾਲ ਪੇਪਰਾਂ ਦੀ ਡੇਟ ਪਾ ਦਿੱਤੀ ਜਾਂਦੀ ਹੈ। ਫਿਰ ਕੈਂਡੀਡੇਟਸ ਇੰਨੇ ਜਾਗਰੂਕ ਨੇ, ਫਿਰ ਉਹ ਟਵੀਟ ਕਰਦੇ ਨੇ, ਮੇਲ ਕਰਦੇ ਨੇ, ਫਿਰ ਉਹ ਜਾ ਕੇ ਡੇਟਾਂ ਚੇਂਜ ਕਰਾਉਂਦੇ ਆ। ਵੀਡੀਓ ਯਾਨੀ ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰ, ਜਿਹਨੂੰ ਆਪਾਂ ਪੰਚਾਇਤ ਸਕੱਤਰ ਬੋਲ ਦਿੰਦੇ ਆ, ਉਹਦੀਆਂ ਅਸਾਮੀਆਂ ਆਊਟ ਕੀਤੀਆਂ ਗਈਆਂ। 2016 ਦੇ ਵਿੱਚ ਇਸ ਮਹਿਕਮੇ ਨੇ ਆਪਣੇ ਮਹਿਕਮੇ ਦੁਆਰਾ ਇੱਕ ਰਿਕਰੂਟਮੈਂਟ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਬਈ ਗ੍ਰੈਜੂਏਸ਼ਨ ਦੇ ਵਿੱਚ ਕੰਪਿਊਟਰ ਪਾਸ ਹੋਣਾ ਜ਼ਰੂਰੀ ਹੈ, ਲੇਕਿਨ ਪੇਪਰ ਦੇ ਵਿੱਚ ਕੰਪਿਊਟਰ ਨਹੀਂ ਪੁੱਛਿਆ ਜਾ ਰਿਹਾ। ਬਹੁਤ ਸਾਰੇ ਲੋਕ ਆ ਜਿਹੜੇ ਖਾਸ ਕਰਕੇ ਉਮੀਦਵਾਰ ਨੌਜਵਾਨ ਮੁੰਡੇ ਕੁੜੀਆਂ ਤਿਆਰੀ ਗਰਾਊਂਡ ਵਿੱਚ ਸ਼ਾਮ ਸਵੇਰੇ ਕਰਦੇ ਆ। ਪੰਜਾਬ ਪੁਲਿਸ ਵਾਲੇ, ਉਹਨਾਂ ਦੀ ਕੋਈ ਭਰਤੀ ਰੱਦ ਹੋ ਜਾਂਦੀ ਹੈ, ਕੋਈ ਸਿਰੇ ਨਹੀਂ ਚੜ੍ਹਦੀ, ਕੋਈ ਕਿਸੇ 'ਚ ਕੋਈ ਪ੍ਰੋਬਲਮ, ਕਿਸੇ 'ਚ ਕੋਈ ਪ੍ਰੋਬਲਮ। ਇਹਦਾ ਸਭ ਤੋਂ ਵੱਡਾ ਖਮਿਆਜਾ ਪਿਛਲੇ ਸਾਲ ਅਸੀਂ ਚੁੱਕਿਆ। ਬਹੁਤ ਸਾਰੇ ਬੱਚਿਆਂ ਨੇ, ਲੱਖਾਂ ਬੱਚਿਆਂ ਨੇ ਟੈਂਡਰ ਆਊਟ ਕੀਤਾ, TCS ਨੂੰ ਪੇਪਰ ਦਿੱਤਾ, ਬੱਚਿਆਂ ਨੇ ਦਿਨ ਰਾਤ ਰੱਜ ਕੇ ਮਿਹਨਤ ਕੀਤੀ, ਕੋਚਿੰਗ ਤੇ ਪੈਸਾ ਲਾਇਆ ਔਰ ਬਾਅਦ ਦੇ ਵਿੱਚ ਉਹਦੇ 'ਚ ਨਕਲ ਚੋਰੀ ਫੜੇ ਜਾਂਦੇ ਨੇ ਔਰ ਭਰਤੀ ਪੂਰੀ ਕੈਂਸਲ। ਹੁਣ ਇਹਦਾ ਖਮਿਆਜਾ ਕਿਹਨੂੰ ਭੁਗਤਣਾ ਪਿਆ? ਬੱਚਿਆਂ ਨੂੰ। 1158 ਪ੍ਰੋਫੈਸਰਾਂ ਦੀ ਭਰਤੀ ਦੀ ਗੱਲ ਹੋਈ ਵੀ ਇੰਨੇ ਸਾਲ ਹੋ ਗਏ ਕਾਲਜਾਂ 'ਚ ਭਰਤੀ ਨਹੀਂ ਹੋਈ ਰੈਗੂਲਰ। ਸਰਕਾਰ ਰੈਗੂਲਰ ਭਰਤੀ ਘੱਟ ਕੱਢਦੀ ਹੈ, ਇਸ ਦੇ ਨਾਲ ਵੀ ਬਹੁਤ ਵੱਡੇ ਨੁਕਸਾਨ ਹੈ। ਪਰ ਇਸ ਮਸਲੇ ਦੇ ਵਿੱਚ ਕੀ ਸੁਝਾਅ ਹੋਣਾ ਚਾਹੀਦਾ ਸਰਕਾਰ ਲਈ ਕਿ ਤੁਸੀਂ ਭਰਤੀ ਜੇ ਕਰਨੀ ਹੈ ਤਾਂ ਇਸ ਤਰੀਕੇ ਨਾਲ ਕਰੋ? ਸਰਕਾਰ ਜ਼ਿੰਮੇਵਾਰੀ ਤੈਅ ਕਰਕੇ ਪੰਜਾਬ ਦੇ ਬੋਰਡ ਬਣਾ ਦੇਵੇ। ਸਰਕਾਰ 'ਚ ਘੱਟ ਪੋਸਟਾਂ ਕਰ ਲੈ, ਰੈਗੂਲਰ ਕਰੇ ਤੇ ਵੇਟਿੰਗ ਜ਼ਰੂਰ ਚੁੱਕੇ। ਦੇਸ਼ ਨੂੰ ਆਜ਼ਾਦ ਹੋਇਆ ਭਾਵੇਂ 75 ਸਾਲ ਹੋ ਗਏ, ਪਰ ਰੁਜ਼ਗਾਰ ਦੀ ਜਦੋਂ ਗੱਲ ਆਉਂਦੀ ਹੈ ਤਾਂ ਉਸ ਦੇ ਵਿੱਚ ਅਸੀਂ ਕਾਫੀ ਪਛੜੇ ਹੋਏ ਹਾਂ। ਬੇਰੁਜ਼ਗਾਰੀ ਬਹੁਤ ਵੱਡੇ ਪੱਧਰ ਤੇ ਹੈ। ਪਰ ਜਿੱਥੇ ਕਿਤੇ ਵੀ ਕੁਝ ਪੋਸਟਾਂ ਨਿਕਲਣ ਦੀ ਗੱਲ ਆਉਂਦੀ ਹੈ ਤਾਂ ਉਹ ਭਰਤੀ ਪ੍ਰਕਿਰਿਆ ਦੇ ਵਿੱਚ ਗੱਲ ਅੜ ਜਾਂਦੀ ਹੈ। ਪੋਸਟਾਂ ਦਾ ਐਲਾਨ ਹੋ ਜਾਂਦਾ ਹੈ, ਬੱਚੇ ਉਮੀਦਵਾਰ ਉਡੀਕਦੇ ਨੇ, ਚਾਹੇ ਉਹ ਪੁਲਿਸ ਮਹਿਕਮਾ ਹੋਵੇ, ਸਿੱਖਿਆ ਮਹਿਕਮਾ ਹੋਵੇ ਜਾਂ ਸਿਹਤ ਮਹਿਕਮਾ ਹੋਵੇ ਜਾਂ ਇਸ ਤੋਂ ਇਲਾਵਾ ਹੋਰ ਬਿਜਲੀ ਮਹਿਕਮਾ ਹੋਵੇ। ਇਹ ਸਾਰੇ ਸੈਕਟਰ ਦੇ ਵਿੱਚ ਜਦੋਂ ਭਰਤੀ ਨਿਕਲਦੀ ਹੈ ਪਰ ਉਹ ਭਰਤੀ ਪ੍ਰਕਿਰਿਆ ਇੰਨੀ ਗੁੰਝਲਦਾਰ ਹੈ, ਖਾਸ ਕਰਕੇ ਪੰਜਾਬ ਸੂਬੇ ਦੀ ਗੁੰਝਲਾਂ ਇੰਨੀਆਂ ਨੇ ਕਿ ਕੰਫਿਊਜ਼ ਰਹਿੰਦੇ ਨੇ। ਕਈ ਵਾਰੀ ਪੇਪਰ ਇੱਕੋ ਦਿਨ ਰੱਖ ਦਿੱਤਾ ਜਾਂਦਾ, ਇੱਕੋ ਥਾਂ ਤੇ ਭੀੜ ਭੜੱਕੇ 'ਚ ਫਸ ਜਾਂਦੇ ਨੇ ਵਿਦਿਆਰਥੀ। ਇਹ ਸਾਰੀਆਂ ਗੱਲਾਂ ਕਰਾਂਗੇ ਕਿ ਇਸ ਦਾ ਸੋਲਿਊਸ਼ਨ ਕੀ ਹੈ। ਮੇਰੇ ਨਾਲ JS ਗਿੱਲ ਨੇ, ਜਿਹੜੇ ਗਿੱਲਜ਼ ਮੈਂਟਰ ਨੇ ਔਰ ਪਿਛਲੇ 7 ਸਾਲਾਂ ਤੋਂ ਗਾਈਡੈਂਸ ਦੇ ਰਹੇ ਨੇ ਬੱਚਿਆਂ ਨੂੰ। ਗਿੱਲ ਸਾਹਿਬ, ਸਭ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹੁੰਦਾ ਕਿ ਪੰਜਾਬ ਦੀ ਭਰਤੀ ਪ੍ਰਕਿਰਿਆ 'ਚ ਐਸੀ ਕਿਹੜੀ ਗਰਾਰੀ ਹੈ ਕਿ ਬੱਚੇ ਕੰਫਿਊਜ਼ ਰਹਿੰਦੇ ਆ ਔਰ ਉਹਨਾਂ ਨੂੰ ਰਾਹ ਨਹੀਂ ਲੱਭਦਾ? ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਪੰਜਾਬ ਦੀ ਭਰਤੀ ਪ੍ਰਕਿਰਿਆ ਦੇ ਵਿੱਚ ਗਰਾਰੀ ਇਹ ਹੈਗੀ ਹੈ ਕਿ ਕੋਈ ਵੀ ਰਿਕਰੂਟਮੈਂਟ ਨੋਟੀਫਿਕੇਸ਼ਨ ਜਦੋਂ ਵੀ ਆਊਟ ਹੁੰਦਾ ਹੈ ਉਹਦੇ ਨਾਲ ਦੀ ਨਾਲ ਸਿਲੇਬਸ ਕਦੇ ਵੀ ਨਹੀਂ ਦਿੱਤਾ ਜਾਂਦਾ। ਦੂਸਰੀ ਗਰਾਰੀ ਇਹ ਹੁੰਦੀ ਹੈ ਕਿ ਨਾ ਹੀ ਉਹਦੇ ਨਾਲ IBPS ਵਾਂਗੂ ਟਾਈਮ ਟੇਬਲ ਦਿੱਤਾ ਜਾਂਦਾ ਹੈ ਪ੍ਰੀਖਿਆ ਦਾ। ਤਾਂ ਉਹਦਾ ਸਿਲੇਬਸ ਆਏਗਾ ਜਦੋਂ ਬੱਚੇ ਟਵੀਟ ਤੇ ਜਾਂ ਬੱਚੇ ਫਿਜ਼ੀਕਲੀ ਜਾ ਕੇ ਮੰਗ ਕਰਨਗੇ। ਭਰਤੀ ਪ੍ਰਕਿਰਿਆ ਯਾਨੀ ਪ੍ਰੀਖਿਆ ਹੋਣ ਤੋਂ ਮਹੀਨਾ ਜਾਂ ਡੇਢ ਮਹੀਨਾ ਪਹਿਲਾਂ ਜਾ ਕੇ ਸਿਲੇਬਸ ਦਿੱਤਾ ਜਾਂਦਾ ਹੈ ਔਰ ਇਹ ਸਭ ਤੋਂ ਵੱਡੀ ਗਰਾਰੀ ਹੈ। ਦੂਸਰੀ ਗਰਾਰੀ ਹੈਗੀ ਹੈ ਕਿ ਬੋਰਡਾਂ ਨੂੰ ਇਹ ਨਹੀਂ ਪਤਾ ਲੱਗਦਾ, ਇੱਕ ਛੋਟਾ ਜਿਹਾ ਸੂਬਾ ਹੈ ਸਾਡਾ, ਕਿ ਪੇਪਰ ਕਲੈਸ਼ ਹੁੰਦੇ ਨੇ, ਅਣਮਿੱਥੇ ਤਰੀਕੇ ਨਾਲ ਪੇਪਰਾਂ ਦੀ ਡੇਟ ਪਾ ਦਿੱਤੀ ਜਾਂਦੀ ਹੈ। ਫਿਰ ਕੈਂਡੀਡੇਟਸ ਇੰਨੇ ਜਾਗਰੂਕ ਨੇ, ਫਿਰ ਉਹ ਟਵੀਟ ਕਰਦੇ ਨੇ, ਮੇਲ ਕਰਦੇ ਨੇ, ਫਿਰ ਉਹ ਜਾ ਕੇ ਡੇਟਾਂ ਚੇਂਜ ਕਰਾਉਂਦੇ ਆ। ਸਭ ਤੋਂ ਵੱਡੀ ਗਰਾਰੀ ਪਹਿਲੀ ਇਹ ਹੈ। ਤਾਂ ਇਹਦੇ ਲਈ ਸਭ ਤੋਂ ਵੱਡੀ ਚੀਜ਼ ਇਹ ਹੋ ਸਕਦੀ ਹੈ ਕਿ ਸਾਨੂੰ 75 ਸਾਲ ਜਿਵੇਂ ਤੁਸੀਂ ਦੇਖਿਆ ਆਜ਼ਾਦ ਹੋਇਆ ਹੋ ਗਿਆ, ਸਾਡੇ ਸਟੇਟ ਜਾਂ ਸੈਂਟਰ ਦੇ ਵਿੱਚ ਐਸੀ ਰਿਕਰੂਟਮੈਂਟ ਪਾਲਿਸੀ ਹੋਣੀ ਚਾਹੀਦੀ ਜਿਵੇਂ ਕਿ SSC ਤੇ IBPS ਆਪਣਾ ਸਟਰਕਚਰ ਹੈਗਾ ਭਰਤੀ ਕਰਨ ਦਾ। ਜਿਵੇਂ ਸਾਡੇ ਸਟੇਟ ਦੇ ਵਿੱਚ PSSB ਬੋਰਡ ਹੈ। PSSB ਬੋਰਡ ਬਹੁਤ ਸਾਰੀਆਂ ਭਰਤੀਆਂ ਭਰਦਾ ਆ, ਜਿਹਦੇ 'ਚ ਕਿ ਗਰੁੱਪ C, D ਦੀ ਗੱਲ ਕਰਦੇ ਆ ਔਰ ਕੁਝ ਪੋਸਟਾਂ ਗਰੁੱਪ B ਦੀਆਂ ਵੀ ਕੰਡਕਟ ਕਰਦਾ ਆ। ਲੇਕਿਨ ਇਹਦੇ ਵਿੱਚ ਖਾਮੀ ਸਭ ਤੋਂ ਵੱਡੀ ਜਿਹੜੀ ਹੈਗੀ ਆ ਉਹ ਹੈਗੀ ਹੈ ਵੀ ਰਿਕਰੂਟਮੈਂਟ ਨੋਟੀਫਿਕੇਸ਼ਨ ਤਾਂ ਆਉਂਦਾ ਹੈ ਪਰ ਉਹਦਾ ਸਿਲੇਬਸ ਨਾਲ ਨਹੀਂ ਆਉਂਦਾ। ਔਰ ਮੈਂ ਤੁਹਾਨੂੰ ਹੁਣ ਇਹਦੇ 'ਚ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਦੱਸਾਂਗਾ ਕਿ ਰੀਸੈਂਟਲੀ ਇਸ ਵਾਰ ਵੀਡੀਓ ਯਾਨੀ ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰ, ਜਿਹਨੂੰ ਆਪਾਂ ਪੰਚਾਇਤ ਸਕੱਤਰ ਬੋਲ ਦਿੰਦੇ ਆ, ਉਹਦੀਆਂ ਅਸਾਮੀਆਂ ਆਊਟ ਕੀਤੀਆਂ ਗਈਆਂ। 2016 ਦੇ ਵਿੱਚ ਇਸ ਮਹਿਕਮੇ ਨੇ ਆਪਣੇ ਮਹਿਕਮੇ ਦੁਆਰਾ ਇੱਕ ਰਿਕਰੂਟਮੈਂਟ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਬਈ ਗ੍ਰੈਜੂਏਸ਼ਨ ਦੇ ਵਿੱਚ ਕੰਪਿਊਟਰ ਪਾਸ ਹੋਣਾ ਜ਼ਰੂਰੀ ਹੈ, ਲੇਕਿਨ ਪੇਪਰ ਦੇ ਵਿੱਚ ਕੰਪਿਊਟਰ ਨਹੀਂ ਪੁੱਛਿਆ ਜਾ ਰਿਹਾ।
ਵੀ ਇੱਕ ਪਾਸੇ ਤਾਂ ਤੁਸੀਂ ਕੰਪਿਊਟਰ ਮੰਗ ਰਹੇ ਹੋ, ਦੂਸਰੇ ਪਾਸੇ ਤੁਸੀਂ ਐਗਜ਼ਾਮ 'ਚ ਹੀ ਕੰਪਿਊਟਰ ਨਹੀਂ ਪੁੱਛ ਰਹੇ ਹੋ। ਤਾਂ ਇਹ ਕੰਡੀਸ਼ਨ ਦੀ ਵਜ੍ਹਾ ਇਹ ਹੋਈ ਹੈ ਕਿ ਬਹੁਤ ਸਾਰੇ ਸਾਡੇ ਦੇਸ਼ 'ਚ 70% ਸਿੱਖਿਆ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਨੇ ਜਿਹੜੇ ਸਿੱਖਿਆ ਦੁਰਸਤ ਸਿੱਖਿਆ ਕਰਦੇ ਨੇ, ਜਿੱਦਾਂ ਕੋਈ ਪ੍ਰਾਈਵੇਟ ਯੂਨੀਵਰਸਿਟੀ ਤੋਂ ਕਰਦਾ ਹੈ, ਕੋਈ ਡਿਸਟੈਂਸ ਐਜੂਕੇਸ਼ਨ ਤੋਂ ਕਰਦਾ ਹੈ। ਉਹ ਬੱਚੇ ਜਾ ਕੇ ਕੰਪਿਊਟਰ ਦੀ ਸਿੱਖਿਆ ਰੈਗੂਲਰ ਨਹੀਂ ਲੈ ਸਕਦੇ, ਤਾਂ ਉਹ ਬੱਚੇ ਇਸ ਭਰਤੀ ਤੋਂ ਵਾਂਝੇ ਰਹਿ ਗਏ ਨੇ। ਲੇਕਿਨ ਇਹ ਗੱਲ ਕਰਨ ਵਾਲੀ ਹੈਗੀ ਆ ਵੀ ਜਦੋਂ ਇੱਕ ਸਟੇਟ ਦੇ ਵਿੱਚ ਸਚੀਵ ਸੈਕਟਰੀ ਲਾਣਾ ਆ, ਹਰਿਆਣੇ 'ਚ ਵੀ ਸੇਮ ਹੈ, ਰਾਜਸਥਾਨ 'ਚ ਵੀ ਸੇਮ ਹੈ, ਸੇਮ ਕਾਰਜਗਾਰ ਹੈ, ਪਰ ਇਹਦੇ ਫਿਰ ਅੱਡ-ਅੱਡ ਨੋਰਮਸ ਕਿਉਂ ਨੇ? ਤਾਂ ਇਹ ਗੁੰਝਲਦਾਰ ਚੀਜ਼ਾਂ ਹੈ। ਤੇ ਪੰਜਾਬ ਦੇ ਵਿੱਚ ਵੀ ਤਾਂ ਐਸਐਸਸੀ ਬੋਰਡ ਜਾਂ ਪੀਪੀਐਸਸੀ ਬੋਰਡ ਹੈਗਾ, ਉਹਦੇ ਤਹਿਤ ਹੁੰਦੀਆਂ ਭਰਤੀਆਂ। ਫਿਰ ਪ੍ਰੋਬਲਮ ਕਿੱਥੇ ਆ? ਕਿਹੜੀਆਂ ਭਰਤੀਆਂ 'ਚ ਦਿੱਕਤਾਂ ਆਉਂਦੀਆਂ? ਸਭ ਤੋਂ ਵੱਡੀ ਇਹਦੇ 'ਚ ਪ੍ਰੋਬਲਮ ਇਹ ਹੈਗੀ ਕਿ ਪੰਜਾਬ ਦੇ ਵਿੱਚ ਇੱਕ ਨਹੀਂ, ਇੱਕ ਤੋਂ ਜ਼ਿਆਦਾ ਭਰਤੀ ਬੋਰਡ ਨੇ। ਜਿਵੇਂ ਗੱਲ ਕਰਦੇ ਹਾਂ ਤਾਂ ਚਾਹੇ ਪਾਵਰਕੌਮ ਨੇ ਪੋਸਟਾਂ ਕੱਢਣੀਆਂ ਹੈ, ਤਾਂ ਪਾਵਰਕੌਮ ਦੀਆਂ ਪੋਸਟਾਂ ਆਪਣੀ ਹੀ ਤਰੀਕੇ ਨਾਲ ਪੇਪਰ ਕੰਡਕਟ ਕਰਾਉਂਦੀ ਹੈ। ਹੁਣ ਸਿਮਿਲਰਲੀ ਆਪਾਂ ਦੇਖ ਲਈਏ ਰਾਜਸਥਾਨ ਦਾ ਆਰਪੀਐਸਸੀ ਤੋਂ ਬਾਅਦ ਇੱਕ ਬੋਰਡ ਹੈ, ਉਹ ਸਾਰੀਆਂ ਭਰਤੀਆਂ ਕਵਰ ਕਰਦਾ ਹੈ। ਸਿਮਿਲਰਲੀ ਦਿੱਲੀ ਦੇ ਵਿੱਚ ਡੀਐਸਐਸਬੀ ਬੋਰਡ ਹੈ। ਸਿਮਿਲਰਲੀ ਹਰਿਆਣਾ ਦੇ ਵਿੱਚ ਗੱਲ ਕਰ ਲਈਏ ਤਾਂ ਹਰਿਆਣਾ ਐਚਪੀਸੀਐਸ ਤੋਂ ਬਾਅਦ ਐਚਐਸਐਸਸੀ ਬੋਰਡ ਹੈ। ਸਾਡੇ ਸਟੇਟ ਦੇ ਵਿੱਚ PSSB ਬੋਰਡ ਹੈ, ਲੇਕਿਨ ਉਸ ਤੋਂ ਵਾਂਝੇ 6 ਬੋਰਡ ਨੇ, ਜਿਵੇਂ ਕਿ ਪੁੱਡਾ ਦੇ ਅਲੱਗ ਪੇਪਰ ਕੰਡਕਟ ਹੁੰਦੇ ਨੇ। PSSB ਤੋਂ ਇਲਾਵਾ ਹਟ ਕੇ ਦੇਖੀਏ ਪਾਵਰਕੌਮ ਦੇ ਵੱਖਰੇ ਪੇਪਰ ਹੁੰਦੇ ਨੇ, ਪੁਲਿਸ ਡਿਪਾਰਟਮੈਂਟ ਦੇ ਵੱਖਰੇ ਪੇਪਰ ਹੁੰਦੇ ਨੇ, ਠੀਕ ਹੈ ਜੀ। ਔਰ ਇਹਨਾਂ ਚੀਜ਼ਾਂ ਦੇ ਵਿੱਚੋਂ ਚੀਜ਼ ਹੁਣ ਨਿਕਲ ਕੇ ਇਹ ਆਉਂਦੀ ਹੈ ਕਿ ਪਾਵਰਕੌਮ ਦੇ ਵੀ UDC ਪੇਪਰ ਹੈ, PPSC ਵੀ ਪੇਪਰ ਕੰਡਕਟ ਕਰਦਾ ਅਪਰ ਡਿਵੀਜ਼ਨ ਕਲਰਕ ਦੇ, ਔਰ PSSB ਵੀ ਕਰਦਾ, ਲੇਕਿਨ ਇਹਨਾਂ ਦੇ ਸਿਲੇਬਸ ਵੱਖਰੇ ਹੁੰਦੇ ਆ। ਹੁਣ ਇਹਦੀ ਚੀਜ਼ ਨੋਟਿਸ ਕਰਨ ਵਾਲੀ ਹੈ ਕਿ ਇੱਕ ਬੰਦੇ ਨੇ BA ਕੀਤੀ ਹੈ ਸਰ, ਕਿਸੇ ਸਟੂਡੈਂਟ ਨੇ ਪੰਜਾਬ ਦੇ ਕਿਸੇ ਵੀ ਯੂਨੀਵਰਸਿਟੀ ਤੋਂ ਕੀਤੀ, ਸਭ ਦਾ ਸਿਲੇਬਸ ਸੇਮ ਹੈ, ਲੇਕਿਨ ਇਹ ਅੱਡ-ਅੱਡ ਭਰਤੀ ਬੋਰਡਾਂ ਦੁਆਰਾ ਸੇਮ ਕੈਡਰ ਦੀ ਪੋਸਟ ਕੱਢੀ ਜਾਂਦੀ ਤਾਂ ਸਿਲੇਬਸ ਵੱਖਰਾ ਹੁੰਦਾ ਹੈ। ਇਹ ਚੀਜ਼ ਗਲਤ ਹੈ। ਤਾਂ ਬੱਚਾ ਜਦੋਂ ਤਿਆਰੀ ਕਰ ਰਿਹਾ ਹੁੰਦਾ, ਇੱਕ ਤਾਂ ਉਹਨੂੰ ਇਹ ਬੋਝ ਕਿ ਰੁਜ਼ਗਾਰ ਮਿਲ ਨਹੀਂ ਰਿਹਾ, ਜੇ ਕੋਈ ਆ ਗਈ ਪੋਸਟ ਖੁਦਾ ਨਾ ਖਾਸਤਾ ਤਾਂ ਫਿਰ ਇਹ ਕੰਫਿਊਜ਼ਨ ਕਿ ਹੁਣ ਮੈਂ ਸਿਲੇਬਸ ਕਿਹੜਾ ਪੜ੍ਹਾਂ ਭਰਤੀ ਹੋਣ ਲਈ। ਬਿਲਕੁਲ ਸਹੀ ਗੱਲ ਹੈ। ਕਹਿਣ ਦਾ ਮਤਲਬ ਹੈਗਾ ਕਿ ਸਿਲੇਬਸ ਸਾਡੇ ਕੋਲੇ ਇੱਕ ਐਸਾ ਸੈੱਲ ਹੋਣਾ ਚਾਹੀਦਾ ਹੈ। ਜੇ ਆਪਾਂ ਗੱਲ ਕਰੀਏ ਵੀ ਇਹਨਾਂ ਦਾ ਢਾਂਚਾ ਠੀਕ ਕਿਵੇਂ ਕਰ ਸਕਦੇ ਹਾਂ, ਉਹਦੇ ਲਈ ਸਾਨੂੰ ਟੈਕਨੀਕਲ ਤੇ ਨੌਨ ਟੈਕਨੀਕਲ ਫੀਲਡ ਦੇ ਵਿੱਚ SS ਬੋਰਡ ਜਾਂ PPSC ਦੇ ਵਿੱਚ ਇੱਕ ਸੇਮ ਸਿਲੇਬਸ ਹੋਣਾ ਚਾਹੀਦਾ ਹੈ। ਬੱਚਾ ਮੈਂਟਲੀ ਪ੍ਰਿਪੇਅਰ ਹੋਵੇ ਕਿ ਬਈ ਸਾਡਾ ਚਾਹੇ PPSC ਭਰਤੀ ਕੱਢੇ, ਚਾਹੇ ਸਾਡਾ PSSB ਕੱਢੇ, ਸਿਲੇਬਸ ਸੇਮ ਹੋ, ਆਪਣੀ ਅਚਨਚੇਤ ਪਹਿਲਾਂ ਤੋਂ ਤਿਆਰੀ ਕਰ ਸਕਦਾ ਹੈ। ਹੁਣ ਇਹਦੇ 'ਚ ਸਰ ਸਭ ਤੋਂ ਵੱਡੀ ਕਮੀ ਇਹ ਹੁੰਦੀ ਹੈ ਕਿ ਬੱਚੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕਿਹੜੀ ਕੋਚਿੰਗ 'ਚੋਂ ਜਾ ਕੇ ਕਰਾਂ, ਕਿਹੜੀ ਗਾਈਡ ਪੜ੍ਹਾਂ, ਕਿਉਂਕਿ ਉਹ ਇੱਕ ਗਾਈਡ ਪੜ੍ਹੇਗਾ ਤਾਂ ਦੂਸਰੀ ਭਰਤੀ ਆ ਜਾਂਦੀ ਹੈ। ਬੇਰੁਜ਼ਗਾਰ ਨੂੰ ਤਾਂ ਜ਼ਰੂਰਤ ਪੈਂਦੀ ਹੈ, ਉਹ ਕਿਤੇ ਨਾ ਕਿਤੋਂ ਜਾ ਕੇ ਤਾਂ ਦੇਖੇਗਾ ਕਿ ਯਾਰ ਮੈਂ PPSC 'ਚ ਫਾਰਮ ਭਰਦਾ, PSSB ਫਾਰਮ ਭਰਦਾ, ਲੇਕਿਨ ਕਨਫਿਊਜ਼ ਔਰ ਡਬਲ ਖਰਚਾ ਉੱਥੇ ਪੈਂਦਾ ਹੈ, ਔਰ ਮਿਹਨਤ ਦੁੱਗਣੀ ਕਰਨੀ ਪੈਂਦੀ ਜਦੋਂ ਦੋਨਾਂ ਦੇ ਸਿਲੇਬਸ ਵੱਖਰੇ ਹੁੰਦੇ ਆ। ਇੱਕ ਬੇਰੁਜ਼ਗਾਰ, ਜਿਵੇਂ ਤੁਸੀਂ ਕਿਹਾ ਕਿ ਉਹਦੀ ਮਾਨਸਿਕਤਾ ਹੈ ਜਿਹੜੀ, ਉਹਨੂੰ ਸਮਝਣ ਦੀ ਲੋੜ ਆ। ਸਰਕਾਰ ਨੇ ਤਾਂ ਆਪਣੇ ਕਮਰਿਆਂ ਦੇ ਵਿੱਚ ਬਹਿ ਕੇ ਜਾਂ ਵਿਧਾਨ ਸਭਾ ਦੇ ਵਿੱਚ ਬਹਿ ਕੇ ਕਾਨੂੰਨ ਬਣਾਉਣਾ ਹੈ ਜਾਂ ਫੈਸਲਾ ਲੈਣਾ ਕੋਈ, ਪਰ ਕਿ ਬੇਰੁਜ਼ਗਾਰ ਭਾਵੇਂ ਉਹ ਲਾਇਬ੍ਰੇਰੀ 'ਚ ਪੜ੍ਹ ਰਿਹਾ, ਚਾਹੇ ਆਪਣੇ ਬੈੱਡਰੂਮ 'ਚ ਪੜ੍ਹ ਰਿਹਾ, ਕਿਤੇ ਵੀ ਉਹ ਹੈਗਾ, ਚਾਹੇ ਉਹ ਸੜਕ 'ਤੇ ਬਹਿ ਕੇ ਪੜ੍ਹ ਰਿਹਾ, ਉਹਦੇ ਉੱਤੇ ਤਾਂ ਸਟ੍ਰੈਸ ਪਹਿਲਾਂ ਹੀ ਬਹੁਤ ਹੁੰਦਾ ਕਿ ਮੈਂ ਕਿਵੇਂ ਨਾ ਕਿਵੇਂ ਭਰਤੀਆਂ ਕਰਨੀਆਂ, ਤੇ ਉਹ 2-3 ਥਾਵਾਂ ਤੇ ਫਾਰਮ ਨਿਕਲਦੇ ਆ, ਜੇ ਨਿਕਲਣ ਤਾਂ ਉਹ ਭਰ ਦਿੰਦਾ, ਤਾਂ ਫਿਰ ਉਹਦੀ ਇੱਕ ਪਾਸੇ ਪੈਸੇ ਦੀ ਬਰਬਾਦੀ, ਇੱਕ ਸਮੇਂ ਦੀ ਬਰਬਾਦੀ, ਫਿਰ ਉਹਨੂੰ ਰਾਹ ਕਿਉਂ ਨਹੀਂ ਲੱਭਦਾ? ਰਾਹ ਲੱਭਿਆ ਕਿਵੇਂ ਜਾ ਸਕਦਾ? ਦੇਖੋ, ਰਾਹ ਲੱਭਣ ਦੇ ਲਈ ਅਸੀਂ ਕੀ ਕੀਤਾ ਸੀਗਾ, ਇਸ ਪਲੇਟਫਾਰਮ ਦੇ ਉੱਪਰ ਪਿਛਲੇ 7 ਸਾਲਾਂ ਤੋਂ ਪੰਜਾਬ ਦੇ ਯੁਵਾ ਨੂੰ ਅਸੀਂ ਰੁਜ਼ਗਾਰ ਦੇ ਸੰਬੰਧ ਦੇ ਵਿੱਚ ਪ੍ਰੀਪਰੇਸ਼ਨ ਕਰਾ ਰਹੇ ਹਾਂ, ਔਰ ਅਸੀਂ ਇੰਡੀਆ ਲੈਵਲ ਦੇ ਵਿੱਚ ਬਹੁਤ ਅੱਛੇ ਟੀਚਰਸ ਹੈ, ਔਰ ਖਾਸ ਤੌਰ ਤੇ ਮੈਂ ਇਸ ਫੀਲਡ ਦੇ ਵਿੱਚ ਬਹੁਤ ਸਾਰੇ ਜਿੰਨੇ ਵੀ ਨੌਲੇਜਦਾਰ ਲੋਕ ਮਿਲੇ ਉਹਨਾਂ ਨਾਲ ਕੰਟੈਕਟ ਕੀਤਾ, ਕੋਸ਼ਿਸ਼ ਕੀਤੀ ਕਿ ਅਸੀਂ ਇੱਕ ਐਸਾ ਬੱਚਿਆਂ ਨੂੰ ਕੀ ਦੇ ਸਕਦੇ ਹਾਂ ਔਰ ਗਵਰਨਮੈਂਟ ਨੂੰ ਸੁਝਾਅ ਵੀ ਦੇਣਾ ਕੀ ਦੇ ਸਕਦੇ ਹਾਂ। ਤਾਂ ਅਸੀਂ ਪਿਛਲੇ ਟਾਈਮ ਦੇ ਵਿੱਚ ਦਿੱਤਾ ਔਰ ਪ੍ਰੈਜ਼ੈਂਟ ਟਾਈਮ ਦੇ ਵਿੱਚ ਵੀ ਸੁਝਾਅ ਦਿੱਤਾ ਸੀਗਾ ਕਿ ਸਾਨੂੰ ਇੱਕ ਇਸ ਤਰੀਕੇ ਦੀ ਬੜੀ ਸਿੰਪਲ ਜਿਹੀ ਸਧਾਰਨ ਜਿਹੀ ਚੀਜ਼ ਹੈ, ਇਹਨੂੰ ਗੁੰਝਲਦਾਰ ਨੂੰ ਖਤਮ ਕਰਨ ਦੇ ਲਈ ਇੱਕ ਪ੍ਰੋਪਰ ਸਟਰਕਚਰ ਬਣਾਉਣਾ ਚਾਹੀਦਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਸੈੱਲ ਬਣਾਉਣਾ ਚਾਹੀਦਾ। ਸੈੱਲ ਦੇ ਵਿੱਚ ਇਹ ਹੈਗਾ ਕਿ ਉਹਦੀ ਥੀਮ ਹੋਣੀ ਚਾਹੀਦੀ ਹੈ ਟਾਈਮਲੀ ਰਿਕਰੂਟਮੈਂਟ, ਟਾਈਮਲੀ ਐਗਜ਼ਾਮ ਤੇ ਟਾਈਮਲੀ ਰਿਜ਼ਲਟ ਤੇ ਟਾਈਮਲੀ ਪੋਸਟਿੰਗ। ਹੁਣ ਇਹਦਾ ਤੁਹਾਨੂੰ ਮੈਂ ਦੱਸਦਾ ਵੀ ਡਿਸਐਡਵਾਂਟੇਜ ਕੀ ਹੈ। ਜਿਹੜੇ ਬੱਚਿਆਂ ਨੇ ਪਿਛਲੇ ਸਾਲ ਪਟਵਾਰੀ ਦੀ ਭਰਤੀ ਆਈ ਸੀਗੀ, 14 ਜਨਵਰੀ ਦੇ ਆਸ-ਪਾਸ ਆਈ ਸੀਗੀ, ਉਹਦਾ ਪ੍ਰੀ ਪੇਪਰ ਕੀਤਾ, ਫਿਰ ਮੇਨ ਪੇਪਰ ਹੋਇਆ। ਮੇਨ ਪੇਪਰ ਹੋਣ ਤੋਂ ਬਾਅਦ ਵੀ ਬੱਚਿਆਂ ਨੂੰ ਹਜੇ ਤੱਕ ਹਜੇ ਤੱਕ ਪੋਸਟਿੰਗ ਨਹੀਂ ਮਿਲੀ ਹੈ। ਜੇ ਕਹਿਣ ਦਾ ਮਤਲਬ ਇਹ ਵੱਧਦੀ ਫਰਸਟ੍ਰੇਸ਼ਨ ਵੱਧ ਰਹੀ ਹੈ, ਟਾਈਮ ਬਾਉਂਡ ਹੋਣਾ ਚਾਹੀਦਾ। ਸੇਮ ਚੀਜ਼ ਤੁਸੀਂ ਦੇਖੋ IBPS ਹੈ, ਸਾਰੇ ਜਿੰਨੇ PSC ਬੈਂਕ ਨੇ, ਉਹਨਾਂ ਬੈਂਕਾਂ ਨੇ IBPS ਉਹਨਾਂ ਦੀ ਭਰਤੀ ਪ੍ਰਕਿਰਿਆ ਕਰਦਾ ਹੈ। ਸਰ ਉਹ ਕੀ ਕਰਦਾ ਹੈ, ਫਰਵਰੀ ਦੇ ਵਿੱਚ ਨੋਟੀਫਿਕੇਸ਼ਨ ਦੇ ਦਿੰਦਾ ਹੈ, ਉਹਨਾਂ ਦੇ ਤਕਰੀਬਨ ਅਕਤੂਬਰ ਦੇ ਵਿੱਚ ਜਾ ਕੇ ਪ੍ਰੀਖਿਆ ਹੋਣੀ ਹੈ, ਤਾਂ ਉਸ ਇਸ਼ਤਿਹਾਰ ਦੇ ਵਿੱਚ ਇਹ ਚੀਜ਼ ਮੈਂਸ਼ਨ ਹੁੰਦੀ ਹੈ ਕਿ ਤੁਹਾਡੇ ਇਹ ਰਜਿਸਟ੍ਰੇਸ਼ਨ ਜੁਲਾਈ ਮੰਥ 'ਚ ਹੋਣਗੇ, 1 ਮਹੀਨੇ ਦਾ ਟਾਈਮ ਹੋਏਗਾ। 1 ਮਹੀਨੇ ਤੋਂ ਬਾਅਦ ਤੁਹਾਡਾ 1 ਮਹੀਨਿਆਂ ਬਾਅਦ ਪ੍ਰੀਲੀਮਰੀ ਪੇਪਰ ਹੋਣਾ, ਤੁਹਾਨੂੰ 10 ਦਿਨ ਐਡਮਿਟ ਕਾਰਡ ਲਈ ਮਿਲਣਗੇ, ਤੁਹਾਡਾ ਇੰਨੇ ਦਿਨਾਂ 'ਚ ਪ੍ਰੀਲੀਮਰੀ ਰਿਜ਼ਲਟ ਆ ਰਿਹਾ,
ਕਹਿਣ ਦਾ ਮਤਲਬ ਹੈਗਾ ਕਿ ਮੈਂਟਲੀ ਪ੍ਰਿਪੇਅਰ ਐਡਵਾਂਸ ਬੱਚਾ 6 ਮਹੀਨੇ ਹੈ ਔਰ ਉਹ 6 ਮਹੀਨਿਆਂ ਦੇ ਲਈ ਆਪਣੀ ਪੂਰੀ ਧਾਕੜ ਤਿਆਰੀ ਕਰਕੇ ਬੈਠਾ ਹੈ ਔਰ ਆਰਾਮ ਨਾਲ ਆਪਣਾ ਰੁਜ਼ਗਾਰ ਹਾਸਿਲ ਕਰ ਰਿਹਾ ਹੈ। ਜਦੋਂ ਇਸ ਤਰ੍ਹਾਂ ਦੀਆਂ ਸਾਡੇ ਕੋਲ ਉਦਾਹਰਨਾਂ ਨੇ, ਇਸ ਤਰ੍ਹਾਂ ਦੇ ਸਟਰਕਚਰ ਕੀਤੇ ਗਏ ਨੇ ਤਿਆਰ, ਤਾਂ ਫਿਰ ਪੰਜਾਬ ਸੂਬੇ 'ਚ ਐਸੀ ਕਿਹੜੀ ਗੱਲ ਹੋਗੀ? ਸਰਕਾਰ ਦੀ ਮਜਬੂਰੀ ਕੀ ਹੈ ਕਿ ਕਰਨਾ ਨਹੀਂ ਚਾਹੁੰਦੀ ਜਾਂ ਸਮਝ ਹੀ ਨਹੀਂ ਹੈਗੀ? ਬੇਸਿਕਲੀ ਇਹਦੇ ਵਿੱਚ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਸਰਕਾਰ ਨੂੰ ਇਹਦੇ ਤੇ ਇੱਕ ਪ੍ਰੋਪਰ ਬੱਚਿਆਂ ਨੂੰ ਰੁਜ਼ਗਾਰ ਦੇਣ ਦੇ ਲਈ ਇੱਕ ਮਿਸ਼ਨ ਬਣਾਉਣਾ ਚਾਹੀਦਾ ਹੈ। ਮੈਂ ਸਭ ਤੋਂ ਪਹਿਲਾਂ ਤਾਂ ਮੈਂ ਕਹਿ ਸਕਦਾ ਹਾਂ ਕਿ ਸੀਐਮ ਸਾਹਿਬ ਨੂੰ ਅਸੀਂ ਵਧਾਈ ਦੇ ਪਾਤਰ ਗਿਣਾਂਗੇ ਕਿ ਐਸੇ ਸਟੇਟ ਦੇ ਵਿੱਚ ਨਹੀਂ ਬਲਕਿ ਪੂਰੇ ਇੰਡੀਆ ਦੇ ਵਿੱਚ ਪਹਿਲੇ ਸੀਐਮ ਨੇ ਜਿਨ੍ਹਾਂ ਨੇ ਪਹਿਲੀ ਕਲਮ ਰਿਕਰੂਟਮੈਂਟ ਦੇ ਉੱਪਰ ਦਿੱਤੀ ਹੈ। ਮੈਂ ਮੰਨਾਂਗਾ ਕਿ ਅੱਜ ਜਿਹੜੇ ਬੱਚੇ ਪਿਛਲੇ ਟਾਈਮ ਦੇ ਵਿੱਚ ਬੱਚੇ ਇਹਨਾਂ ਟਾਈਮਾਂ ਦੇ ਵਿੱਚ ਇੰਤਜ਼ਾਰ ਕਰਦੇ ਸੀ ਕਿ ਯਾਰ ਨੋਟੀਫਿਕੇਸ਼ਨ ਕਦੋਂ ਆਏਗਾ, ਜੋ ਬੱਚੇ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਆ, ਬਸ ਥੋੜੀ ਜਿਹੀ ਕੋਸ਼ਿਸ਼ ਕਿਤੇ ਸੀਐਮ ਸਾਹਿਬ ਕਰ ਦੇਣ ਨਾ, ਔਰ ਮੈਨੂੰ ਉਮੀਦ ਹੈ ਕਿ ਇਹ ਸਟਰਕਚਰ ਬਹੁਤ ਅੱਛਾ ਬਣ ਸਕਦਾ ਹੈ। ਜਿਵੇਂ ਕਿ ਇਹਦੇ 'ਚ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਜਿੰਨੇ ਵੀ ਨੋਟੀਫਿਕੇਸ਼ਨ ਆਊਟ ਹੋਣੇ ਆ ਉਹਦੇ 'ਚ ਗ੍ਰੇਡ B, ਗ੍ਰੇਡ C ਤੇ ਗ੍ਰੇਡ D, ਉਹ ਗ੍ਰੇਡ C ਦੇ ਖਾਸ ਤੌਰ ਤੇ ਜਿੰਨੇ ਵੀ ਇਸ਼ਤਿਹਾਰ ਆਊਟ ਹੁੰਦੇ ਨੇ ਉਹਨਾਂ ਦੇ ਇੱਕ ਟਾਈਮ ਟੇਬਲ ਆਊਟ ਹੋ ਜੇ ਵੀ 1 ਸਾਲ ਪਹਿਲਾਂ ਵੈਬਸਾਈਟ ਤੇ ਆ ਜੇ ਕਿ ਅਸੀਂ 10,000 ਪੋਸਟਾਂ ਦੇਣ ਜਾ ਰਹੇ ਹਾਂ, ਫਰਜ਼ ਕਰੋ ਕਿ 10,000 ਪੋਸਟਾਂ ਦੇਣੀਆਂ ਔਰ ਅਸੀਂ ਉਹਨਾਂ ਦੀ ਫਿਕਸ ਫੀਸ ਹੈ 1,000 ਰੁਪਏ ਇਸ ਕੈਟੇਗਰੀ ਦੇ ਲਈ ਹੈ, 500 ਇਸ ਦੇ ਲਈ ਹੈ, 250 ਇਸ ਦੇ ਲਈ ਹੈ, ਔਰ ਉਸੇ ਹੀ ਨੋਟੀਫਿਕੇਸ਼ਨ ਦੇ ਉੱਪਰ ਬੱਚਿਆਂ ਨੂੰ ਕਲੀਅਰਲੀ ਮੈਂਸ਼ਨ ਹੋਵੇ ਕਿ ਤੁਹਾਡਾ ਪੇਪਰ ਅਸੀਂ ਆਹ ਸਿਲੇਬਸ ਹੋਏਗਾ, ਇਹ ਤਰੀਕ ਤੁਹਾਡੀ ਰਜਿਸਟ੍ਰੇਸ਼ਨ ਦੀ ਹੈ ਔਰ ਤੁਹਾਡਾ ਇੰਨੇ ਟਾਈਮ ਬਾਅਦ ਅਸੀਂ ਟੈਂਟੇਟਿਵ ਡੇਟ ਦੇ ਦੇਣ ਕਿ ਹਾਂ ਬਈ ਥੋੜਾ ਬਹੁਤ ਅੱਗੇ ਨੀਚੇ ਹੋ ਸਕਦਾ ਹੈ। ਉਹ ਬੱਚੇ ਨੂੰ ਐਡਵਾਂਟੇਜ ਮਿਲੇਗਾ ਕਿ ਸਰ ਉਹ ਪਹਿਲਾਂ ਗਾਈਡ ਲੈ ਲੇਗਾ, 1,000 ਰੁਪਏ ਉਹਨੇ ਫੀਸ ਦਾ ਭਰਤਾ, 1,000 ਰੁਪਏ ਦੀ ਗਾਈਡ ਲੈ ਲੇਗਾ, ਜਾਂ ਉਸਨੇ ਕਿਤੇ ਕੋਚਿੰਗ ਕਰਨੀ ਤਾਂ ਉਹ ਆਪਣਾ ਪਹਿਲਾਂ ਪ੍ਰੀਲਿਮਰੀ ਪ੍ਰਿਪੇਅਰ ਹੋ ਜਾਏਗਾ ਤੇ ਆਪਣੇ ਸਮਾਂ ਰਹਿੰਦੇ ਹੋਏ ਵਿਦਿਨ 1 ਸਾਲ ਦੇ ਵਿੱਚ ਉਹ ਟਾਈਮ ਬਾਉਂਡਲੀ ਰਿਕਰੂਟ ਪੂਰੀ ਕਰ ਜਾਏਗਾ। ਇਹ ਚੀਜ਼ ਹੋਣੀ ਬਹੁਤ ਜ਼ਰੂਰੀ ਹੈ। ਜਿਹੜੀ ਇਹ ਤਜਰਬੇ ਵਿੱਚ ਤੁਸੀਂ ਚੀਜ਼ ਸਿੱਖੀ ਹੈ ਔਰ ਸਲਾਹ ਵੀ ਦੇ ਰਹੇ ਹੋ ਕਿਸ ਤਰ੍ਹਾਂ ਦਾ ਸੈੱਲ ਬਣਾ ਦਿਓ, ਤੇ ਫਿਰ ਸਾਰੀਆਂ ਸਮੱਸਿਆਵਾਂ ਜਿਹੜੀਆਂ ਭਰਤੀ ਪ੍ਰਕਿਰਿਆ ਨੂੰ ਲੈ ਕੇ ਹੱਲ ਹੋ ਜਾਣਗੀਆਂ। ਇਹ ਹੱਲ ਇਸੇ ਦੇ ਨਾਲ ਹੀ ਬਣਦਾ ਜਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਭਰਤੀ ਨੂੰ ਲੈ ਕੇ ਜੁੜੀਆਂ ਹੋਈਆਂ ਨੇ? ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਖਾਸ ਕਰਕੇ ਉਮੀਦਵਾਰ ਨੌਜਵਾਨ ਮੁੰਡੇ ਕੁੜੀਆਂ ਤਿਆਰੀ ਗਰਾਊਂਡ ਵਿੱਚ ਸ਼ਾਮ ਸਵੇਰੇ ਕਰਦੇ ਆ, ਪੰਜਾਬ ਪੁਲਿਸ ਵਾਲੇ, ਉਹਨਾਂ ਦੀ ਕੋਈ ਭਰਤੀ ਰੱਦ ਹੋ ਜਾਂਦੀ ਹੈ, ਕੋਈ ਸਿਰੇ ਨਹੀਂ ਚੜ੍ਹਦੀ, ਕੋਈ ਕਿਸੇ 'ਚ ਕੋਈ ਪ੍ਰੋਬਲਮ, ਕਿਸੇ 'ਚ ਕੋਈ ਪ੍ਰੋਬਲਮ। ਸਰ ਇਹਦਾ ਤੁਸੀਂ ਬਹੁਤ ਅੱਛਾ ਪੁਆਇੰਟ ਚੁੱਕਿਆ। ਇਹਦਾ ਸਭ ਤੋਂ ਵੱਡਾ ਖਮਿਆਜਾ ਪਿਛਲੇ ਸਾਲ ਅਸੀਂ ਚੁੱਕਿਆ, ਬਹੁਤ ਸਾਰੇ ਬੱਚਿਆਂ ਨੇ, ਲੱਖਾਂ ਬੱਚਿਆਂ ਨੇ। ਜਿਵੇਂ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹੈ, ਪੁਲਿਸ ਦੇ ਵਿੱਚ ਰਿਕਰੂਟਮੈਂਟ ਆਉਂਦੀ ਹੈ ਪੰਜਾਬ ਪੁਲਿਸ ਸਬ ਇੰਸਪੈਕਟਰ ਦੀ, ਔਰ ਇਹ ਜ਼ਿੰਮੇਵਾਰੀ ਹੁੰਦੀ ਹੈ ਉਸ ਡਿਪਾਰਟਮੈਂਟ ਕੋਲੇ ਕਿ ਉਹ ਆਪਣੇ ਬੋਰਡ ਖੁਦ ਵੀ ਕਰਾ ਸਕਦਾ ਜਾਂ ਕਿਸੇ ਨੂੰ ਜ਼ਿੰਮੇਵਾਰੀ ਦੇ ਵੀ ਸਕਦਾ ਹੈ, ਟੈਂਡਰ ਦੇ ਸਕਦਾ। ਟੈਂਡਰ ਆਊਟ ਕੀਤਾ, TCS ਨੂੰ ਪੇਪਰ ਦਿੱਤਾ, ਬੱਚਿਆਂ ਨੇ ਦਿਨ ਰਾਤ ਰੱਜ ਕੇ ਮਿਹਨਤ ਕੀਤੀ, ਕੋਚਿੰਗ ਤੇ ਪੈਸਾ ਲਾਇਆ ਔਰ ਬਾਅਦ ਦੇ ਵਿੱਚ ਉਹਦੇ 'ਚ ਨਕਲ ਚੋਰੀ ਫੜੇ ਜਾਂਦੇ ਨੇ ਔਰ ਭਰਤੀ ਪੂਰੀ ਕੈਂਸਲ। ਹੁਣ ਇਹਦਾ ਖਮਿਆਜਾ ਕਿਹਨੂੰ ਭੁਗਤਣਾ ਪਿਆ? ਬੱਚਿਆਂ ਨੂੰ। ਤਾਂ ਸਿਮਿਲਰਲੀ ਹੈ ਕਿ ਅਗਰ ਉੱਥੇ ਹੀ ਟਾਈਮ ਬਾਉਂਡ ਕੋਈ ਚੀਜ਼ ਹੋਵੇ, ਜ਼ਿੰਮੇਵਾਰੀ ਤੈਅ ਹੋਵੇ ਕਿ ਆਹ ਬੋਰਡ ਪੰਜਾਬ ਦਾ ਕਰ ਰਿਹਾ, ਜਿਵੇਂ ਪਹਿਲਾਂ ਹੁੰਦਾ ਸੀ, ਜਾਂ ਤਾਂ ਉਵੇਂ ਕਰ ਦਿਓ ਜਾਂ ਫਿਰ ਉਹਨੂੰ ਕਰਨਾ ਹੈ ਤੇ ਕੰਡੀਸ਼ਨਸ ਨਾਲ ਕੀਤਾ ਜਾਵੇ ਕਿ ਭਾਈ ਅਸੀਂ ਤੁਹਾਡਾ ਪੇਪਰ ਜਿਹੜਾ ਫਿਜ਼ੀਕਲੀ ਬਾਅਦ ਦੇ ਵਿੱਚ ਹੈ ਉਹਦਾ ਟਾਈਮ ਤੇ ਤੁਹਾਡੇ ਰਿਟਨ ਪੇਪਰ 'ਚ 2 ਮਹੀਨੇ ਦਿੱਤਾ ਜਾਏਗਾ, ਤਾਂ ਉੱਥੇ ਵੀ ਉਹਨੂੰ ਪਤਾ ਲੱਗੇਗਾ ਕਿ ਯਾਰ ਮੇਰੇ ਕੋਲ 60 ਦਿਨ ਹੈਗੇ ਆ ਫਿਜ਼ੀਕਲੀ ਤਿਆਰੀ ਕਰਨ ਦੇ ਲਈ। ਜੀ ਜੀ। ਇੱਕ ਮੇਰਾ ਆਖਰੀ ਸਵਾਲ ਹੈ ਇਸੇ ਨਾਲ ਜੁੜਿਆ ਹੋਇਆ ਕਿ ਜਿਵੇਂ ਇੱਕ 1158 ਪ੍ਰੋਫੈਸਰਾਂ ਦੀ ਭਰਤੀ ਦੀ ਗੱਲ ਹੋਈ ਵੀ ਇੰਨੇ ਸਾਲ ਹੋ ਗਏ ਕਾਲਜਾਂ 'ਚ ਭਰਤੀ ਨਹੀਂ ਹੋਈ ਰੈਗੂਲਰ, ਇੱਕ ਠੇਕੇ ਤੇ ਭਰਤੀ ਹੋਣੀ, ਇੱਕ ਰੈਗੂਲਰ ਭਰਤੀ ਹੋਣੀ। ਸਰਕਾਰ ਰੈਗੂਲਰ ਭਰਤੀ ਘੱਟ ਕੱਢਦੀ ਹੈ, ਇਸ ਦੇ ਨਾਲ ਵੀ ਬਹੁਤ ਵੱਡੇ ਨੁਕਸਾਨ ਹੈ। ਇਹ ਸਿਆਸੀ ਕਾਰਨ ਵੀ ਹੋ ਸਕਦੇ ਔਰ ਬੜੀਆਂ ਚੀਜ਼ਾਂ ਹੋ ਸਕਦੀਆਂ, ਪਰ ਇਸ ਮਸਲੇ ਦੇ ਵਿੱਚ ਕੀ ਸੁਝਾਅ ਹੋਣਾ ਚਾਹੀਦਾ ਸਰਕਾਰ ਲਈ ਕਿ ਤੁਸੀਂ ਭਰਤੀ ਜੇ ਕਰਨੀ ਹੈ ਤਾਂ ਇਸ ਤਰੀਕੇ ਨਾਲ ਕਰੋ? ਦੇਖੋ ਇਹਦੇ 'ਚ 2 ਚੀਜ਼ਾਂ ਨੇ ਸਰ। ਜੇ ਸਰਕਾਰੀ ਪੱਖ ਤੋਂ ਦੇਖੀਏ ਤਾਂ ਮੈਂ ਤੁਹਾਨੂੰ ਜਿਵੇਂ ਹੁਣ ਪੂਰੀ ਕਾਰਨ ਦੱਸਿਆ ਹੈ ਕਿ ਪਿਛਲੇ ਲਗਭਗ 1.5 ਤੋਂ 2 ਸਾਲ ਹਰ ਭਰਤੀ ਨੂੰ ਲੱਗ ਰਿਹਾ, ਤਾਂ ਸਰਕਾਰ ਨੇ ਅੱਜ ਹੀ ਅਗਰ ਪੋਸਟਾਂ ਪੂਰੀਆਂ ਕਰਨੀਆਂ ਤਾਂ ਉਹਨਾਂ ਨੂੰ ਅਚਨਚੇਤਾ ਕਰ ਨਹੀਂ ਸਕਦੇ, ਤਾਂ ਤਦ ਉਹ ਠੇਕੇ ਤੇ ਰੱਖਦੇ ਨੇ। ਦੂਸਰੀ ਸਥਿਤੀ ਇਹ ਹੈਗੀ ਹੈ ਕਿ ਅਗਰ ਸਰਕਾਰ ਅੱਜ ਵੀ ਇਸ ਪਾਲਿਸੀ ਨੂੰ ਅਪਣਾ ਲੈਂਦੀ ਹੈ, ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇਣਾ ਚਾਹਾਂਗਾ। ਮੰਨ ਲਓ ਕਿ ਇਹਨੇ 2700 ਸਮਥਿੰਗ ਪੋਸਟਾਂ ਕਲਰਕ ਦੀਆਂ ਕੱਢੀਆਂ ਗਈਆਂ, ਉਹਦੇ 'ਚ ਬੀਟੈਕ ਦੇ ਬੱਚਿਆਂ ਨੇ ਵੀ ਫਾਰਮ ਭਰਿਆ, ਜਿਹੜੇ ਬੱਚੇ ਕੀ ਖਾਸ ਤੌਰ ਤੇ ਮੈਂ ਤੁਹਾਨੂੰ ਦੱਸਾਂ ਕਿ JEE ਵਗੈਰਾ ਦਾ ਫਾਰਮ ਐਗਜ਼ਾਮ ਦੇ ਚੁੱਕੇ ਸੀ PPSC ਦੇ ਵਿੱਚ। ਸਿਮਿਲਰਲੀ ਸਰ ਉਹਨਾਂ ਬੱਚਿਆਂ ਨੇ ਕਿਉਂਕਿ ਨੌਕਰੀ ਲੈਣੀ ਹੈ, ਮਾਪਿਆਂ ਦਾ ਬੜਾ ਪ੍ਰੈਸ਼ਰ ਹੁੰਦਾ ਹੈ, ਕਲਰਕ ਦੇ ਵਿੱਚ ਵੀ ਫਾਰਮ ਭਰਤਾ। ਹੁਣ ਜਦੋਂ ਰਿਜ਼ਲਟ ਆਇਆ ਤਾਂ ਉਹ ਬੱਚਾ ਆਪਣੇ ਯੋਗਤਾ ਦੇ ਅਨੁਸਾਰ ਤਰਜੀਹ ਆਪਣੀ JEE ਪੋਸਟ ਨੂੰ ਦੇਗਾ, ਤਾਂ ਪੋਸਟਾਂ ਖਾਲੀ ਰਹਿ ਗਈਆਂ, ਵੇਟਿੰਗ ਬੰਦ ਪਈ ਹੈ, ਵੇਟਿੰਗ ਦੇ ਵਿੱਚ ਮੌਕਾ ਨਹੀਂ ਮਿਲੇਗਾ। ਤਾਂ ਕਹਿਣ ਦਾ ਮਤਲਬ ਹੈਗਾ ਕਿ ਉਹਨਾਂ ਬੱਚਿਆਂ ਦੀ ਵਜ੍ਹਾ ਨਾਲ ਮੈਰਿਟ ਵੀ ਹਾਈ ਗਈ ਤੇ ਲੋ ਮੈਰਿਟ ਵਾਲੇ ਬੱਚਿਆਂ ਨੂੰ ਐਡਵਾਂਟੇਜ ਨਹੀਂ ਮਿਲਿਆ। ਤਾਂ ਮੈਂ ਇੱਥੇ ਤੁਹਾਨੂੰ ਐਂਡ ਦੇ ਵਿੱਚ ਤੁਹਾਡੇ ਜ਼ਰੀਏ ਸਰਕਾਰ ਨੂੰ ਰਿਕੁਐਸਟ ਕਰਾਂਗਾ ਕਿ ਵੀ ਆਰ ਦਾ ਯੰਗ ਆਫ ਦਾ ਪੰਜਾਬ ਐਂਡ ਸਾਡੇ ਕੋਲੇ ਉਹ ਚੀਜ਼ਾਂ ਹੈਗੀਆਂ ਕਿ ਅਸੀਂ ਸਰਕਾਰ ਦੀ ਸਹਾਇਤਾ ਕਰਨਾ ਚਾਹੁੰਦੇ ਨੇ, ਮਦਦ ਕਰਨਾ ਚਾਹੁੰਦੇ ਹਾਂ ਇੰਨੇ 2.5-3 ਲੱਖ ਬੱਚਿਆਂ ਦੇ ਬਿਹਾਫ ਦੇ ਉੱਪਰ, ਕਿ ਅਸੀਂ ਸਪੋਰਟ ਕਰਨਾ ਚਾਹੁੰਦੇ ਸਰਕਾਰ ਨੂੰ ਕਿ ਇਹਨਾਂ ਦੇ ਵਿੱਚ ਕੀ ਕਰ ਸਕਦੇ ਹਾਂ ਆਪਾਂ। ਜਿਵੇਂ ਕਿ ਪਹਿਲੀ ਚੀਜ਼ ਹੈਗੀ ਹੈ ਕਿ ਸਰਕਾਰ ਜ਼ਿੰਮੇਵਾਰੀ ਤੈਅ ਕਰਕੇ ਪੰਜਾਬ ਦੇ ਬੋਰਡ ਬਣਾ ਦੇਵੇ ਵੀ ਉਹਦੇ 'ਚ ਟਾਈਮਲੀ ਇਸ਼ਤਿਹਾਰ, ਟਾਈਮਲੀ ਪ੍ਰੀਖਿਆ ਹੋਏਗੀ,
ਵੀ ਇਸ਼ਤਿਹਾਰ ਆਊਟ ਹੋਣ ਤੋਂ ਵਿਦਿਨ 6 ਮਹੀਨਿਆਂ ਪੇਪਰ, 6 ਮਹੀਨਿਆਂ ਤੋਂ ਬਾਅਦ ਯਾਨੀ ਬੱਚਿਆਂ ਦਾ ਵਿਦਿਨ 2 ਮਹੀਨਿਆਂ ਦੇ ਵਿੱਚ ਪੇਪਰ ਲੈਣਾ ਹੀ ਲੈਣਾ ਹੈ। ਮਤਲਬ 6 ਮਹੀਨਿਆਂ 'ਚ ਪੇਪਰ ਵੀ ਕੰਡਕਟ ਹੋ ਗਿਆ, ਰਜਿਸਟ੍ਰੇਸ਼ਨ ਹੋ ਗਈ ਤੇ ਅਗਲੇ 2 ਮਹੀਨਿਆਂ 'ਚ ਬੱਚਿਆਂ ਨੂੰ ਰਿਜ਼ਲਟ ਦੇ ਕੇ ਪੋਸਟਿੰਗ ਦੇਣੀ ਹੈ। ਤਾਂ ਇਹਦੇ 'ਚ ਬੜਾ ਲੰਬਾ ਢਾਂਚਾ ਟਾਈਮ ਨਹੀਂ ਲੱਗੇਗਾ, ਕਿਉਂਕਿ 75 ਸਾਲ ਹੋ ਗਏ, ਰਿਵਾਇਤੀ ਸਿਸਟਮ ਨੂੰ ਅਪਣਾਉਣਾ ਛੱਡਣਾ ਪਏਗਾ। ਕਿਉਂਕਿ ਅਸੀਂ 21ਵੀਂ ਸਦੀ ਦੇ ਵਿੱਚ ਜਾ ਰਹੇ ਹਾਂ, ਤਾਂ ਸਾਨੂੰ ਇਸ ਸਟਰਕਚਰ ਨੂੰ ਚੇਂਜ ਕਰਨ ਦੇ ਵਿੱਚ ਸਰਕਾਰ ਦਾ ਐਡਵਾਂਟੇਜ ਇੰਨਾ ਹੋਏਗਾ ਕਿ ਸਰਕਾਰ ਘੱਟ ਸਮੇਂ 'ਚ ਜ਼ਿਆਦਾ ਭਰਤੀਆਂ ਕਰ ਦੇਗੀ। ਇਹ ਚੀਜ਼ ਹੈ। ਦੂਜੀ ਚੀਜ਼ ਮੈਂ ਸਰ ਬੇਨਤੀ ਕਰਾਂਗਾ ਕਿ ਹਰ ਜੋ ਵੀ ਇਸ਼ਤਿਹਾਰ ਆਊਟ ਹੁੰਦੇ ਨੇ ਉਹਨਾਂ ਦੀ ਇੱਕ ਬੱਚਿਆਂ ਦੀ ਫੀਸ ਨਿਰਧਾਰਿਤ ਹੋਵੇ। ਫੀਸ ਨਿਰਧਾਰਿਤ ਦਾ ਮਤਲਬ ਹੈਗਾ ਕਿ ਜਿਵੇਂ 1000 ਰੁਪਏ ਤਾਂ 1000 ਹੋਵੇ, ਕੋਈ ਤਾਂ 1200 ਲੈ ਰਿਹਾ, ਕੋਈ 1800 ਲੈ ਰਿਹਾ, ਕੋਈ 3000 ਲੈ ਰਿਹਾ, ਕੋਈ 1000 ਲੈ ਰਿਹਾ। ਇਹ ਡਿਸਕ੍ਰਿਮੀਨੇਟ ਬੰਦ ਹੋਣਾ ਚਾਹੀਦਾ। ਤੀਜੀ ਸਰ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ 'ਚ ਘੱਟ ਪੋਸਟਾਂ ਕਰ ਲੈ, ਰੈਗੂਲਰ ਕਰੇ ਤੇ ਵੇਟਿੰਗ ਜ਼ਰੂਰ ਚੁੱਕੇ। ਬੇਨਤੀ ਕਰਦੇ ਹਾਂ ਤੁਹਾਡੇ ਜ਼ਰੀਏ ਕਿ ਵੇਟਿੰਗ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੇ ਲੋਕ ਐਸੇ ਹੁੰਦੇ ਆ ਕਿ ਜਿਵੇਂ ਕਲਰਕ ਤੋਂ ਅਪਗ੍ਰੇਡ ਹੋ ਕੇ ਆਫੀਸਰ ਜੁਆਇਨ ਕਰ ਲੈਂਦੇ ਆ ਤਾਂ ਪੋਸਟਾਂ ਖਾਲੀ ਰਹਿ ਜਾਂਦੀਆਂ। ਉੱਥੋਂ ਵੇਟਿੰਗ ਵਾਲੇ ਬੱਚਿਆਂ ਨੂੰ ਮੌਕਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਉਹ ਬੱਚਾ ਪ੍ਰੀਪੇਅਰ ਕਰਨ ਵਾਸਤੇ ਆਲਰੇਡੀ 25-30 ਹਜ਼ਾਰ ਕੋਚਿੰਗ ਸੈਂਟਰਾਂ 'ਚ ਲਾ ਚੁੱਕਿਆ ਹੁੰਦਾ ਹੈ। ਫਿਰ ਉਹਨੂੰ ਕਿਤੇ ਨਵੇਂ ਸਿਰੇ ਤੋਂ ਨਵਾਂ ਮੂਡ ਬਣੇਗਾ, ਕਿਉਂਕਿ ਹਰ ਵਕਤ ਪੇਪਰ ਦੇਣ ਦਾ ਮੂਡ ਇੱਕੋ ਜਿਹਾ ਨਹੀਂ ਹੁੰਦਾ, ਪਰਿਸਥਿਤੀਆਂ ਚੇਂਜ ਹੁੰਦੀਆਂ। ਇਹ ਚੀਜ਼ ਸਰ ਬੇਨਤੀ ਕਰਦੇ ਹਾਂ ਤੁਹਾਡੇ ਜ਼ਰੀਏ। ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਇਹ ਸਨ ਸਾਡੇ ਨਾਲ ਗਿਲਜ਼ ਮੈਂਟਰ ਦੇ ਅਧਿਆਪਕ ਕਹਿ ਲਈਏ ਇਹਨਾਂ ਨੂੰ, ਕਿਉਂਕਿ ਗਾਈਡ ਕਰਦੇ ਨੇ ਬਹੁਤ ਸਾਰੇ ਬੱਚਿਆਂ ਨੂੰ। ਲੱਖਾਂ ਬੱਚੇ ਨੇ ਜਿਹੜੇ ਇਹਨਾਂ ਦੀ ਗੱਲ ਸੁਣ ਕੇ ਭਰਤੀ ਪ੍ਰਕਿਰਿਆ ਵਾਲੇ ਪਾਸੇ ਜਾਂਦੇ ਨੇ। ਪਰ ਸਰਕਾਰ ਨੂੰ ਵੀ ਇਹਨਾਂ ਨੇ ਸੁਝਾਅ ਦਿੱਤਾ ਕਿ ਭਰਤੀ ਪ੍ਰਕਿਰਿਆ ਜੇਕਰ ਠੀਕ ਕਰਨੀ ਹੈ, ਗੁੰਝਲਦਾਰ ਸਿਸਟਮ ਤੋਂ ਸਾਦੇ ਢਾਂਚੇ ਤੇ ਆਉਣਾ ਤੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਲਾਜ਼ਮੀ ਹੈ, ਤਾਂ ਹੀ ਭਰਤੀ ਪ੍ਰਕਿਰਿਆ ਸਮੇਂ ਸਿਰ ਸਿਰੇ ਚੜਾਈ ਜਾ ਸਕਦੀ ਹੈ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।